ਜਿਹੜਾ ਸਰਕਾਰ ਨੇ ਕਿਹਾ ਹੈ ਕਿ ਹੁਣ ਜਿਹੜੇ ਵੀ ਲੋਕ ਭਾਰਤ ਨੂੰ ਟਰੈਵਲ ਕਰਨਗੇ ਉਹਨਾਂ ਲਈ ਜਿਹੜੀਆਂ ਪਹਿਲਾਂ ਕੁਝ ਰਿਸਟ੍ਰਿਕਸ਼ਨ ਸੀ ਕਿ ਉਹਨਾਂ ਨੂੰ ਆਪਣੇ ਕੋਵਿਡ ਟੈਸਟ ਵਗੈਰਾ ਕਰਵਾਉਣੇ ਪੈਂਦੇ ਸੀ, ਉਹ ਲਾਜ਼ਮੀ ਸੀ, ਮੈਂਡੇਟਰੀ ਸੀ। ਕੀ ਤਬਦੀਲੀ ਆਈ ਹੈ ਸਰ ਉਹਦੇ ਵਿੱਚ? 14 ਫਰਵਰੀ ਨੂੰ ਪਹੁੰਚਣੇ ਸ਼ੁਰੂ ਹੋਣਗੇ, ਦਿੱਲੀ ਦੇ ਵਿੱਚ ਅਰਾਈਵ ਕਰਨੇ ਸ਼ੁਰੂ ਹੋਣਗੇ ਤੇ ਉਹਨਾਂ ਤੇ ਇਹ RT-PCR ਟੈਸਟ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਵੀ ਉਹਦੇ ਵਿੱਚ ਆਪਸ਼ਨ ਦੇ ਦਿੱਤੀ ਗਈ ਆ ਹੁਣ ਵੀ RT-PCR ਟੈਸਟ ਕਰਾਉਣਾ ਜ਼ਰੂਰੀ ਨਹੀਂ ਗਾ। ਕੈਨੇਡੀਅਨ ਪਾਸਪੋਰਟ ਹੋਲਡਰ ਹੈ, ਚਾਹੇ ਕੋਈ PR ਹੈ, ਚਾਹੇ ਕੋਈ ਵਰਕ ਪਰਮਿਟ ਤੇ ਕੋਈ ਵੀ ਸਟੇਟਸ ਤੇ ਹੈ ਜਿਹੜਾ, ਉਹ ਕੋਈ ਇਸ ਤਰ੍ਹਾਂ ਪਾਸਪੋਰਟ ਦੇ ਨਾਲ ਸੰਬੰਧਿਤ ਕੋਈ ਇਹਦੇ 'ਚ ਡਿਫਰੈਂਸ ਨਹੀਂ ਹੈ। ਜੇ ਵੈਕਸੀਨੇਟ ਹੋਏ ਵੀ ਹੈ, ਲੱਛਣ ਹੈਗੇ ਨੇ ਤੇ ਫਿਰ ਨਹੀਂ ਜਾਣਾ 에ਅਰਪੋਰਟ ਤੇ, ਹਨਾ। ਫਿਰ ਤਾਂ ਜੇ ਉੱਥੇ ਮਤਲਬ ਟੈਂਪਰੇਚਰ ਚੈੱਕ ਕੀਤਾ ਤਾਂ ਜਾਂ ਕੋਈ ਲੱਛਣ ਹੋਇਆ ਫਿਰ ਉਹ ਪਲੇਨ ਦੇ ਵਿੱਚ ਨਹੀਂ ਬੈਠਣ ਦੇਣਗੇ। For all the latest updates, please subscribe G Media Group and press the bell icon. ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਨਾਲ ਵੀ ਜੋੜੀਏ। ਸੋ ਹਰਜਿੰਦਰ ਗਿੱਲ ਸ਼ੋਅ 1350 AM ਤੇ ਮੰਡੇ ਟੂ ਫਰਾਈਡੇ ਤੁਸੀਂ ਸੁਣਦੇ ਹੋ। 4:31 ਤੇ ਸਤਪਾਲ ਜੌਲ ਹੋਰਾਂ ਦੇ ਨਾਲ ਇਸ ਵੇਲੇ ਸਾਡੀ ਫੋਨ ਲਾਈਨ ਮਿਲ ਚੁੱਕੀ ਹੈ। ਜਿਵੇਂ ਆਪਾਂ ਗੱਲ ਕਰਦੇ ਸੀ ਕਿ ਇਸ ਵੇਲੇ ਤੁਸੀਂ ਕੈਨੇਡੀਅਨ ਪਾਸਪੋਰਟ ਹੋਲਡਰ ਹੋ ਤੇ ਤੁਸੀਂ ਜਾਂ ਆਪਣੇ ਇੰਡੀਆ ਨੂੰ PR ਦੇ ਤੌਰ ਤੇ ਜਾਂ ਕਿਸੇ ਵੀ ਸਟੇਟਸ ਤੇ ਹੈਗੇ ਹੋ ਤੇ ਤੁਸੀਂ ਇੰਡੀਆ ਨੂੰ ਜਾਣ ਦੇ ਲਈ ਆਪਣੀ ਕੋਈ ਤਿਆਰੀ ਖਿੱਚੀ ਹੋਈ ਹੈ, ਤਾਂ ਉਸ ਵੇਲੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਉਹਦੇ ਬਾਰੇ 'ਚ ਆਪਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਸਾਂਝੀ ਕਰਨੀ ਤੇ ਨਾਲ ਦੀ ਨਾਲ ਇਸ ਵੇਲੇ ਜਿਹੜਾ ਕੋਵਿਡ ਟੈਸਟ ਨੂੰ ਲੈ ਕੇ ਕੁਝ ਲੇਟੈਸਟ ਅਪਡੇਟਸ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੇ ਕਰਦੇ ਹਾਂ। ਜੌਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ ਗਿੱਲ ਸਾਹਿਬ, ਬਹੁਤ ਮਿਹਰਬਾਨੀ। ਸਾਰੇ ਆਪਣੇ ਸਰੋਤਿਆਂ ਨੂੰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਜੌਲ ਸਾਹਿਬ, ਪਹਿਲਾਂ ਤਾਂ ਥੋੜ੍ਹਾ ਜਿਹਾ ਬਰੀਫ ਕਰੋ ਇਸ ਵੇਲੇ ਜਿਹੜਾ ਕੋਵਿਡ ਦੇ ਜੇ ਗਿਣਤੀਆਂ ਦੀ ਜੇ ਗੱਲ ਕਰੀਏ, ਇਸ ਵੇਲੇ ਨੰਬਰਸ ਜਿਹੜੇ ਨੇ ਉਹ ਕਿੱਥੇ ਕੁ ਨੇ ਤੇ ਸਰਕਾਰਾਂ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੋਵਿਡ ਨੂੰ ਪੂਰੇ ਕੈਨੇਡਾ ਭਰ ਦੇ ਵਿੱਚ ਦੇਖਿਆ ਜਾ ਰਿਹਾ? ਵੈਸੇ ਤਾਂ ਦੇਖਿਆ ਇਹ ਜਾ ਰਿਹਾ ਜੀ ਵੀ ਹੁਣ ਡੈਮੋਨਸਟ੍ਰੇਸ਼ਨਸ ਦੇ ਪਰਛਾਵੇਂ ਦੇ ਵਿੱਚ ਕੋਵਿਡ ਜਿਹੜਾ ਉਹਦੇ ਨਾਲ ਜੰਗ ਸੀਗੀ ਉਹ ਪਛੜ ਗਈ ਲੱਗਦੀ ਹੈ, ਉਹਦੀ ਗੱਲ ਘੱਟ ਚੱਲ ਰਹੀ ਹੈ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਜਿਹੜੇ ਅੱਜ ਵੀ ਸਾਡੇ ਓਨਟਾਰੀਓ ਦੇ ਵਿੱਚ ਹੈਲਥ ਮਿਨਿਸਟਰੀ ਦੇ ਡੇਲੀ ਬੇਸਿਸ ਤੇ ਨੰਬਰਸ ਹੁੰਦੇ ਆ ਵੀ ਉਹ ਸੰਤੁਸ਼ਟੀਜਨਕ ਹੀ ਆ ਵੀ ਉਹਨਾਂ ਦੇ ਵਿੱਚ ਕੋਈ ਹੌਸਪੀਟਲਾਈਜੇਸ਼ਨ ਦੇ ਵਿੱਚ ਵੱਡਾ ਵਾਧਾ ਨਹੀਂ, ਰਾਦਰ ਗਿਰਾਵਟ ਦੇਖੀ ਜਾ ਰਹੀ ਹੈ। ਇਹਦੇ ਨਾਲ ICU ਦੇ ਵਿੱਚ ਵੀ ਜਿਹੜੀਆਂ ਐਡਮਿਸ਼ਨਸ ਨੇ ਉਹ ਘੱਟ ਰਹੀਆਂ ਨੇ। ਸੋ ਮਹਿਸੂਸ ਵੀ ਇੱਥੇ ਪੀਲ ਰੀਜਨ ਦੇ ਵਿੱਚ ਵੀ ਤੇ ਸਾਰੇ ਕੈਨੇਡਾ ਵਾਈਡ ਵੀ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕਿ ਜਿਹੜਾ ਓਮੀਕਰੋਨ ਆ ਜਾਣੀ ਕਿ ਇਹ ਡਾਈ ਡਾਊਨ ਹੋ ਰਿਹਾ ਤੇ ਅਸੀਂ ਨੋਰਮੈਲਸੀ ਵੱਲ ਨੂੰ ਵੱਧ ਰਹੇ ਹਾਂ। ਸੋ ਇਹ ਬਣ ਰਹੀ ਸਿਚੁਏਸ਼ਨ ਤੋਂ ਅਜਿਹਾ ਹੀ ਲੱਗ ਰਿਹਾ ਜੀ ਵੀ ਹੁਣ ਜਿਸ ਤਰ੍ਹਾਂ ਦੀਆਂ ਇੰਡੀਕੇਸ਼ਨਸ ਵੀ ਆ ਰਹੀਆਂ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਇਹ ਪੜਾਅਵਾਰ ਫੇਜ਼ਸ ਦੇ ਵਿੱਚ ਫੇਜ਼ ਆਊਟ ਹੁੰਦੀਆਂ ਨਜ਼ਰ ਆਉਣਗੀਆਂ। ਸੋ ਉਸ ਲਿਹਾਜ਼ ਨਾਲ ਲੱਗ ਰਿਹਾ ਵੀ ਆਪਾਂ ਜੀ ਵੀ ਸਹੀ ਦਿਸ਼ਾ ਵੱਲ ਨੂੰ ਜਾ ਰਹੇ ਹਾਂ। ਠੀਕ ਹੈ ਜੀ। ਤੇ ਜੌਲ ਸਾਹਿਬ, ਹੁਣ ਥੋੜ੍ਹਾ ਜਿਹਾ ਦੱਸੋ, ਇਸ ਵੇਲੇ ਬੀਤੇ ਕੱਲ੍ਹ ਜਿਹੜੀ ਇੱਕ ਅਨਾਊਂਸਮੈਂਟ ਹੋਈ ਹੈ ਤੇ ਫਰਵਰੀ 14 ਤਰੀਕ ਤੋਂ ਜਿਹੜਾ ਸਰਕਾਰ ਨੇ ਕਿਹਾ ਹੈ ਕਿ ਹੁਣ ਜਿਹੜੇ ਵੀ ਲੋਕ ਭਾਰਤ ਨੂੰ ਟਰੈਵਲ ਕਰਨਗੇ ਉਹਨਾਂ ਲਈ ਜਿਹੜੀਆਂ ਪਹਿਲਾਂ ਕੁਝ ਰਿਸਟ੍ਰਿਕਸ਼ਨ ਸੀ ਕਿ ਉਹਨਾਂ ਨੂੰ ਆਪਣੇ ਕੋਵਿਡ ਟੈਸਟ ਵਗੈਰਾ ਕਰਵਾਉਣੇ ਪੈਂਦੇ ਸੀ, ਉਹ ਲਾਜ਼ਮੀ ਸੀ, ਮੈਂਡੇਟਰੀ ਸੀ। ਕੀ ਤਬਦੀਲੀ ਆਈ ਹੈ ਸਰ ਉਹਦੇ ਵਿੱਚ? ਬਿਲਕੁਲ ਜੀ, ਦੇਖੋ ਵੀ ਇਹ ਜਿਹੜਾ ਹੁਣ ਤੱਕ ਇੰਡੀਆ ਦੀ ਗਵਰਨਮੈਂਟ ਦੇ ਜਿਹੜਾ ਅਰਾਈਵਿੰਗ ਪੈਸੇਂਜਰਸ ਦੇ ਲਈ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਓ ਰੋਕਾਂ ਸੀਗੀਆਂ ਉਹਦੇ ਵਿੱਚ ਥੋੜ੍ਹੀ ਢਿੱਲ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਉੱਥੇ ਵੀ ਮਹਿਸੂਸ ਕੀਤਾ ਜਾ ਰਿਹਾ ਵੀ ਸਿਚੁਏਸ਼ਨ ਹੁਣ ਪਹਿਲਾਂ ਦੇ ਮੁਕਾਬਲੇ ਬੈਟਰ ਹੋ ਰਹੀਆਂ। ਸੋ ਇਸ ਕਰਕੇ ਜੀ ਵੀ ਜੋ ਵੀ ਕੁਝ ਇਹ ਹੈਗਾ ਇਹ ਕੈਨੇਡਾ ਤੋਂ ਇੰਡੀਆ ਜਾਣ ਵਾਸਤੇ ਆ, ਅਰਾਈਵਿੰਗ ਪੈਸੇਂਜਰਸ ਦੇ ਵਾਸਤੇ। ਇਹ ਇੰਡੀਆ ਤੋਂ ਜਾਣੀ ਕੈਨੇਡਾ ਆਉਣ ਵਾਸਤੇ ਨਹੀਂ ਹੈ, ਕਿਉਂਕਿ ਕੈਨੇਡੀਅਨ ਗਵਰਨਮੈਂਟ ਨੇ ਆਪਣੀ ਜਿਹੜੇ ਰਿਸਟ੍ਰਿਕਸ਼ਨਸ ਦੇ ਵਿੱਚ ਅਨਾਊਂਸ ਕੀਤਾ ਅੱਜ ਹੀ ਕਿ ਫਿਰ ਉਹ ਅਗਲੇ ਹਫ਼ਤੇ ਥੋੜ੍ਹਾ ਜਿਹਾ ਕਲੈਰੀਫਾਈ ਕਰਨਗੇ ਵੀ ਕਿਸ ਤਰ੍ਹਾਂ ਪੜਾਅਵਾਰ ਜਿਹੜੀਆਂ ਰਿਸਟ੍ਰਿਕਸ਼ਨਸ ਦੇ ਵਿੱਚ ਉਹ ਢਿੱਲ ਦੇਣ ਬਾਰੇ ਸੋਚ ਰਹੇ ਨੇ। ਪਰ ਹਾਲ ਦੀ ਘੜੀ ਇਹ ਹੈ ਜੀ ਵੀ ਇੰਡੀਆ ਦੇ ਵਿੱਚ ਜਿਹੜੇ ਅਰਾਈਵਿੰਗ ਪੈਸੇਂਜਰਸ ਕੈਨੇਡਾ ਤੇ US ਜਾਣੀ ਇਨਕਲੂਡਿੰਗ 82 ਕੰਟਰੀਜ਼ ਦੀ ਜਿਹੜੀ ਉਹਨਾਂ ਨੇ ਲਿਸਟ ਰਿਲੀਜ਼ ਕੀਤੀ ਆ ਵੀ ਉੱਥੋਂ ਜਿਹੜੇ ਇਹ 14 ਫਰਵਰੀ ਨੂੰ ਪਹੁੰਚਣੇ ਸ਼ੁਰੂ ਹੋਣਗੇ, ਦਿੱਲੀ ਦੇ ਵਿੱਚ ਅਰਾਈਵ ਕਰਨੇ ਸ਼ੁਰੂ ਹੋਣਗੇ ਵੀ ਉਹਨਾਂ ਤੇ ਇਹ RT-PCR ਟੈਸਟ ਦੀ ਜਿਹੜੀ ਰਿਕੁਆਇਰਮੈਂਟ ਸੀਗੀ ਵੀ ਉਹਦੇ ਵਿੱਚ ਆਪਸ਼ਨ ਦੇ ਦਿੱਤੀ ਗਈ ਆ ਹੁਣ ਵੀ RT-PCR ਟੈਸਟ ਕਰਾਉਣਾ ਜ਼ਰੂਰੀ ਨਹੀਂ ਗਾ। ਉਹਨਾਂ ਨੂੰ ਖਾਸ ਤੌਰ ਤੇ ਵੀ ਜਿਹੜੇ ਲੋਕ ਵੈਕਸੀਨੇਟ ਹੋਏ ਨੇ ਤੇ ਆਪਣਾ ਵੈਕਸੀਨੇਸ਼ਨ ਦਾ ਪਲਾਨ ਆ ਜਿਹੜਾ ਉਹ ਆਪਣਾ ਐਵੀਡੈਂਸ ਆ, ਪ੍ਰੂਫ ਹੈ, ਉਹ ਜਿਹੜੀ ਬਕਾਇਦਾ ਤੌਰ ਤੇ ਐਪ ਦੱਸੀ ਹੋਈ ਹੈ ਏਅਰ ਸੁਵਿਧਾ ਪੋਰਟਲ, ਉਹਦੇ ਤੇ ਅਪਲੋਡ ਕਰ ਦਿੱਤਾ ਜਾਊਗਾ। ਸੋ ਜਿਹੜੇ ਲੋਕ ਅਜਿਹਾ ਕਰ ਪਾਉਣਗੇ ਸੋ ਉਹਨਾਂ ਦੇ ਕੋਲ ਫਿਰ ਨੈਚੁਰਲੀ ਆਪਣੀ ਆਪਸ਼ਨ ਹੈ ਜੇ ਉਹ ਵੈਕਸੀਨੇਸ਼ਨ ਦਾ ਪ੍ਰੂਫ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਅਪਲੋਡ ਕਰ ਪਾ ਰਹੇ ਨੇ। ਤੇ ਫਿਰ RT-PCR ਜਿਹੜਾ ਮਹਿੰਗਾ ਟੈਸਟ ਸੀਗਾ $200-300 ਹਰ ਬੰਦੇ ਦਾ ਹੀ ਲੱਗ ਜਾਂਦਾ ਸੀਗਾ, ਫੈਮਿਲੀ ਹੋਵੇ ਤਾਂ ਵੱਡਾ ਬਜਟ ਜਿਹੜਾ ਹਿੱਲ ਜਾਂਦਾ ਸੀ, ਉਸ ਦੀ ਹੁਣ ਜ਼ਰੂਰਤ ਨਹੀਂ ਹੋਵੇਗੀ।
ਪਹਿਲਾਂ ਥੋੜੀ ਕਨਫਿਊਜ਼ਨ ਹੋ ਗਈ ਸੀਗੀ ਗਿੱਲ ਸਾਹਿਬ ਵੀ, ਕਿਉਂਕਿ ਜਿਹੜਾ ਇਹ 3.5 ਸਫ਼ਿਆਂ ਦਾ ਸਰਕੂਲਰ ਇੰਡੀਅਨ ਗਵਰਨਮੈਂਟ ਨੇ ਕੱਲ ਰਿਲੀਜ਼ ਕੀਤਾ ਸੀਗਾ, ਉਹਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ RT-PCR ਟੈਸਟ ਅਪਲੋਡ ਕਰ ਸਕਦੇ ਆ ਜਾਂ ਵੈਕਸੀਨੇਸ਼ਨ ਦਾ ਪ੍ਰੂਫ ਅਪਲੋਡ ਕਰ ਸਕਦੇ ਆ ਜਾਂ ਕਰ ਸਕਦੇ। ਸੋ ਫਿਰ ਬਹੁਤ ਸਾਰੇ ਅਨਵੈਕਸੀਨੇਟਡ। ਹਾਂਜੀ ਜੌਲ ਸਾਹਿਬ, ਤੁਹਾਡਾ ਨਾ ਸਿਗਨਲ ਡ੍ਰੌਪ ਹੋ ਰਿਹਾ ਜੀ, ਦੇਖਿਓ ਜਰਾ ਥੋੜਾ ਜਿਹਾ ਮੂਵ ਹੋਣਾ ਪੈਣਾ ਜੀ। ਠੀਕ ਹੈ ਜੀ, ਕੋਈ ਗੱਲ ਨਹੀਂ, ਟਰਾਈ ਕਰਨੇ। ਤੇ ਉਹ ਫਿਰ ਬਹੁਤ ਸਾਰੇ ਅਨਵੈਕਸੀਨੇਟਡ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਵੀ ਸ਼ਾਇਦ ਅਸੀਂ ਟਰੈਵਲ ਕਰ ਸਕਦੇ ਹਾਂ ਜੇ ਨੈਗੇਟਿਵ ਟੈਸਟ ਕਰਵਾ ਲਿਆ ਤਾਂ। ਪਰ ਉਹਦੇ ਬਾਰੇ ਫਿਰ ਏਅਰ ਇੰਡੀਆ ਦੀ ਮੈਨੇਜਮੈਂਟ ਦੇ ਨਾਲ ਜਦੋਂ ਅੱਜ ਸਾਡੀ ਗੱਲਬਾਤ ਹੋ ਰਹੀ ਸੀਗੀ, ਕਿਉਂਕਿ ਕੱਲ ਤੋਂ ਹੀ ਬੜੀ ਡੂੰਘਾਈ ਦੇ ਵਿੱਚ ਅਸੀਂ ਇੱਥੇ ਰਿਸਰਚ ਕਰਨ ਤੇ ਲੱਗੇ ਹੋਏ ਸੀਗੇ ਵੀ ਇਹ, ਕਿਉਂਕਿ ਲੋਕਾਂ ਦਾ ਇੰਟਰਸਟ ਬਹੁਤ ਜ਼ਿਆਦਾ ਸੀਗਾ ਵੀ ਇੰਡੀਆ ਜਾਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਅੱਜ ਵੀ ਇਸ ਤੋਂ ਅਫੈਕਟਡ ਹਨ। ਸੋ ਤਦ ਕਰਕੇ ਉਹਨਾਂ ਨੇ ਫਿਰ ਕਿਹਾ ਵੀ ਅਨਵੈਕਸੀਨ ਲੋਕ ਆ ਜਿਹੜੇ, ਕਿਉਂਕਿ ਵੀ ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਮੈਂਡੇਟ ਹੈ ਉਹਦੇ ਮੁਤਾਬਕ ਡੋਮੈਸਟਿਕ ਤੇ ਇੰਟਰਨੈਸ਼ਨਲ ਟਰੈਵਲ ਵਾਸਤੇ ਕੋਈ ਵੀ ਵਿਅਕਤੀ ਕਿਸੇ ਕੈਨੇਡੀਅਨ ਏਅਰਪੋਰਟ ਤੋਂ ਪਲੇਨ ਦੇ ਵਿੱਚ ਨਹੀਂ ਬੈਠ ਸਕਦੇ, ਟਰੈਵਲ ਨਹੀਂ ਕਰ ਸਕਦੇ। ਸੋ ਤਦ ਕਰਕੇ ਵੀ ਇਹ ਇੱਥੋਂ ਡਿਪਾਰਟ ਕਰਨਾ ਸੰਭਵ ਨਹੀਂ ਹੋਏਗਾ। ਇਸ ਕਰਕੇ ਵੀ ਜਿਹੜੀਆਂ ਇੰਡੀਆ ਦੀਆਂ ਫਲਾਈਟਸ ਹੋਣਗੀਆਂ ਉਹ ਵੀ ਫਿਰ ਇੱਥੋਂ ਕੈਨੇਡੀਅਨ ਏਅਰਪੋਰਟ ਤੋਂ ਜਿਹੜੇ ਅਨਵੈਕਸੀਨੇਟਡ ਟਰੈਵਲਰਸ ਨੇ ਤੇ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ। ਸੋ ਇਸ ਤਰੀਕੇ ਦੇ ਨਾਲ ਇਹ ਵੈਕਸੀਨੇਟਡ ਲੋਕਾਂ ਦੇ ਵਾਸਤੇ ਜਾਂ ਵੈਕਸੀਨੇਟਡ ਲੋਕ ਅੱਜ ਵੀ ਉਹੀ ਨੇ ਜਿਨ੍ਹਾਂ ਨੇ ਕਿ ਅਪਰੂਵਡ ਵੈਕਸੀਨਸ ਦੇ ਵਿੱਚੋਂ ਕਿਸੇ ਵੀ ਵੈਕਸੀਨ ਦੇ ਜਾਣੀ ਕਿ ਜਾਂ ਵੈਕਸੀਨਸ ਦੀਆਂ 2 ਡੋਜ਼ਸ ਲਗਵਾਈਆਂ ਹੋਈਆਂ ਨੇ, 3 ਦੀ ਲੋੜ ਨਹੀਂ ਹੈ। ਸੋ ਬੂਸਟਰ ਸ਼ਾਟ ਵੀ ਇੱਕ ਰੈਕਮੈਂਡੇਸ਼ਨ ਹੈ, ਇਹ ਅਜੇ ਮੈਂਡੇਟਰੀ ਨਹੀਂ ਹੈ। ਸੋ 2 ਸ਼ਾਟਸ ਲੱਗੇ ਹੋਏ ਨੇ ਤੇ ਉਹ ਫੁੱਲੀ ਵੈਕਸੀਨੇਟਡ ਸਮਝੇ ਜਾਂਦੇ ਨੇ। ਸੋ ਉਹਨਾਂ ਨੇ ਜੇ ਆਪਣਾ ਵੈਕਸੀਨੇਸ਼ਨ ਦਾ ਪ੍ਰੂਫ ਸੁਵਿਧਾ ਐਪ ਦੇ ਵਿੱਚ ਅਪਲੋਡ ਕਰਤਾ ਹੋਵੇ ਤੇ ਉਹ ਫਿਰ ਬਿਨਾਂ RT-PCR ਟੈਸਟ ਤੋਂ ਜਿਹੜਾ ਜੀ ਪੀ ਸੋਮਵਾਰ ਤੋਂ ਟਰੈਵਲ ਕਰ ਸਕਣਗੇ। ਇਹਦੇ ਵਿੱਚ ਸੋਮਵਾਰ ਦੀ ਵੀ ਕਨਫਿਊਜ਼ਨ ਇਹ ਹੈ ਜੀ ਵੀ ਜਦੋਂ 13 ਦੀ ਇੱਥੋਂ ਫਲਾਈਟ ਚੱਲੇਗੀ ਤੇ 14 ਨੂੰ ਪਹੁੰਚਣੀ ਹੈ, ਉਹਦੇ ਵਿੱਚ ਅੱਜ ਜਿਹੜਾ ਲੋਕਲ ਟਾਈਮ ਆ ਨਾ, ਟੂ ਬੀ ਸੇਫ ਸਾਈਡ, ਜਿਹੜਾ ਲੋਕਲ ਟਾਈਮ ਜਿਹੜੇ ਦੇਸ਼ ਤੋਂ ਫਲਾਈਟ ਚੱਲਣੀ ਆ ਉਹ ਜਿਹੜਾ ਅਪਲਾਈ ਹੋਏਗਾ। ਸੋ 14 ਫਰਵਰੀ ਨੂੰ ਜਿਹੜੀ ਫਲਾਈਟ ਇੱਥੋਂ ਕੈਨੇਡਾ ਦੀ ਧਰਤੀ ਨੂੰ ਰਵਾਨਾ ਹੋਏਗੀ ਉਹਦੇ ਵਿੱਚ ਜਾਣੀ ਕਿ ਅਕੋਰਡਿੰਗ ਟੂ ਰੈਗੂਲੇਸ਼ਨ ਜਿਹੜਾ ਜੀ ਪੀ ਪੈਸੇਂਜਰਸ। ਸੋ 13 ਦੀ ਰਾਤ ਨੂੰ ਇੱਕ ਤਰ੍ਹਾਂ ਕਹਿ ਲਈਏ ਵੀ ਰਾਤ 11:59 ਤੋਂ ਬਾਅਦ ਵਾਲੀ ਜਿਹੜੀ ਫਲਾਈਟ ਹੋਣੀ ਉਹਦੇ ਵਿੱਚ ਤੁਹਾਨੂੰ ਵੈਕਸੀਨ ਦੀ ਇਸ ਤਰ੍ਹਾਂ ਪ੍ਰੂਫ ਦੇਣ ਦੀ ਲੋੜ ਨਹੀਂ ਹੈ। ਫਿਰ ਸੌਰੀ, ਵੈਕਸੀਨ ਦਾ ਪ੍ਰੂਫ ਦੇਣ ਦੀ ਲੋੜ ਹੈ ਬਟ ਟੈਸਟ ਜਿਹੜਾ ਰਾਈਟ ਵੇ ਕਰਨ ਦੀ ਲੋੜ ਨਹੀਂ ਹੈ। ਟੈਸਟ ਦੀ ਲੋੜ ਨਹੀਂ, ਪਰ ਉਹ 13 ਦੀ ਰਾਤ ਨੂੰ ਮਤਲਬ 11:59 ਉਹ ਇੰਡੀਆ ਦਾ ਸਟੈਂਡਰਡ ਟਾਈਮ ਆ। ਪਰ ਇੱਥੋਂ ਜਿਹੜੀ ਫਲਾਈਟ ਜਾਣੀ ਕਿ ਰਵਾਨਾ 13 ਨੂੰ ਹੋਏਗੀ, ਉਹ ਪਹੁੰਚੇਗੀ ਭਾਵੇਂ ਉੱਥੇ 14 ਨੂੰ, ਪਰ ਇੱਥੋਂ ਕਿਉਂਕਿ ਰਵਾਨਾ 13 ਨੂੰ ਹੋ ਰਹੀ ਆ ਤੇ ਸਟਿਲ ਜਾਣੀ ਕਿ ਉਹ ਜਿਹੜਾ ਰੂਲਸ ਆ ਉਹ ਇੱਥੇ ਅਪਲਾਈ ਨਹੀਂ ਹੁੰਦਾ ਕਿਉਂਕਿ ਅਜੇ 14 ਫਰਵਰੀ ਨਹੀਂ ਆਈ। ਸੋ ਇਹ ਟੈਕਨੀਕੈਲਿਟੀ ਹੈ। 14 ਫਰਵਰੀ ਨੂੰ ਜਿਹੜੇ ਲੋਕ ਜਾਣਗੇ ਉਹ ਜਾਣੀ ਕਿ ਸੇਫ ਸਾਈਡ ਤੋਂ ਇਸ ਦਾ 100%। ਹਾਂ, ਸੋ ਉਹਨਾਂ ਦੀ ਟਿਕਟ ਦੇ ਉੱਤੇ ਜੇ 14 ਤਰੀਕ ਲਿਖੀ ਹੈ ਤਾਂ ਫਿਰ ਉਹ ਆਪਣੇ ਆਪ ਹੀ ਉਹਦੇ 'ਚ ਫਾਲ ਕਰ ਗਿਆ ਜੀ। ਹਾਂਜੀ, ਅੱਛਾ, ਇੱਕ ਜੌਲ ਸਾਹਿਬ ਇਹਦੇ 'ਚ ਹੋਰ ਥੋੜ੍ਹੀ ਕਨਫਿਊਜ਼ਨ ਸੀ ਕਿ ਕੋਈ ਕੈਨੇਡੀਅਨ ਪਾਸਪੋਰਟ ਹੋਲਡਰ ਹੈ, ਚਾਹੇ ਕੋਈ PR ਹੈ, ਚਾਹੇ ਕੋਈ ਵਰਕ ਪਰਮਿਟ 'ਤੇ, ਕੋਈ ਵੀ ਸਟੇਟਸ 'ਤੇ ਹੈ ਜਿਹੜਾ, ਉਹ ਕੋਈ ਇਸ ਤਰ੍ਹਾਂ ਪਾਸਪੋਰਟ ਦੇ ਨਾਲ ਸੰਬੰਧਿਤ ਕੋਈ ਇਹਦੇ 'ਚ ਡਿਫਰੈਂਸ ਨਹੀਂ ਹੈ। ਹਿਊਮਨ ਬੀਇੰਗ ਹੋਣਾ ਚਾਹੀਦਾ ਜੀ, ਬਸ। ਠੀਕ ਹੈ ਸਰ, ਬੰਦਾ ਹੋਣਾ ਚਾਹੀਦਾ। ਕਈ ਵਾਰ ਲੱਗਦਾ ਕਿ ਸ਼ਾਇਦ ਕਿਤੇ ਸਿਰਫ ਕੈਨੇਡੀਅਨ ਸਿਟੀਜ਼ਨਸ ਲਈ ਹੈ ਜਾਂ ਸਿਰਫ PRs ਲਈ ਹੈ, ਤਾਂ ਇਸ ਤਰ੍ਹਾਂ ਦਾ ਦੋਸਤੋ ਕੋਈ ਝੰਜਟ ਨਹੀਂ ਹੈ। ਸੋ ਤੁਸੀਂ ਕੈਨੇਡਾ ਤੋਂ ਇੰਡੀਆ ਨੂੰ ਜਦੋਂ ਹੁਣ ਟਰੈਵਲ ਕਰਨਾ ਹੈ, 14 ਫਰਵਰੀ ਤੁਹਾਡੀ ਟਿਕਟ ਦੇ ਉੱਪਰ ਡੇਟ ਲਿਖੀ ਹੋਈ ਹੈ ਜੇ ਜਾਣ ਦੀ, 14 ਫਰਵਰੀ ਨੂੰ ਤੁਸੀਂ ਇੱਥੋਂ ਟਰੈਵਲ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਜਿਹੜਾ RT-PCR ਟੈਸਟ ਜਿਹੜਾ ਕਿ ਪਹਿਲਾਂ 72 ਘੰਟੇ ਪਹਿਲਾਂ ਤੱਕ ਕਰਵਾਉਣਾ ਪੈਂਦਾ ਸੀ ਜੌਲ ਸਾਹਿਬ। ਹਾਂਜੀ, ਵਿਦਿਨ 75 ਆਵਰਸ ਦੀ ਉਹ ਰਿਪੋਰਟ ਆਪਾਂ ਨੂੰ ਨੈਗੇਟਿਵ ਚਾਹੀਦੀ ਹੁੰਦੀ ਸੀਗੀ। ਸੋ ਤੁਸੀਂ ਉਹ ਕਰਵਾਉਣੀ ਹੁੰਦੀ ਸੀ। ਤਾਂ ਹੁਣ 14 ਫਰਵਰੀ ਦੀ ਜੇਕਰ ਤੁਹਾਡੀ ਟਿਕਟ ਹੈ ਜਾਂ ਉਸ ਤੋਂ ਬਾਅਦ ਦੀ ਟਿਕਟ ਹੈ ਤਾਂ ਤੁਹਾਨੂੰ ਹੁਣ ਉਹਦੇ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜੌਲ ਸਾਹਿਬ, ਕੋਈ ਹੋਰ ਕਲੈਰਿਟੀ ਦੇਣੀ ਹੋਵੇ ਕਿਸੇ ਤਰ੍ਹਾਂ ਦੀ? ਬਸ ਇੰਨਾ ਹੀ ਹੈ ਜੀ ਵੀ ਜਿਹੜੇ ਇਹ ਕੁੱਲ ਮਿਲਾ ਕੇ ਸਮਝਿਆ ਜਾ ਰਿਹਾ ਵੀ ਕਾਫੀ ਸਾਰੀਆਂ ਨਾ ਡੀਟੇਲਸ ਉਹਦੇ ਵਿੱਚ ਹੈਗੇ ਆ। ਇੱਕ ਤੇ ਜਦੋਂ ਪਲੇਨ ਦੇ ਵਿੱਚ ਬੈਠਣਾ ਉਸ ਵੇਲੇ ਵੀ ਟੈਂਪਰੇਚਰ ਉਹ ਚੈੱਕ ਕੀਤਾ ਜਾ ਸਕਦਾ। ਮਤਲਬ ਇਹਦੇ ਨਾਲ ਕੰਡੀਸ਼ਨ ਇਹ ਹੈ ਕਿ ਅਸਿੰਪਟੋਮੈਟਿਕ ਹੋਣੇ ਚਾਹੀਦੇ, ਕੋਈ ਲੱਛਣ ਨਹੀਂ ਹੋਣੇ ਚਾਹੀਦੇ ਕੋਵਿਡ ਦੇ ਉਸ ਵੇਲੇ, ਹੈ ਨਾ। ਜੇ ਵੈਕਸੀਨੇਟ ਹੋਏ ਵੀ ਹੈ, ਲੱਛਣ ਹੈਗੇ ਨੇ, ਤੇ ਫਿਰ ਨਹੀਂ ਜਾਣਾ ਏਅਰਪੋਰਟ ਤੇ, ਹੈ ਨਾ। ਫਿਰ ਤਾਂ ਜੇ ਉੱਥੇ ਮਤਲਬ ਟੈਂਪਰੇਚਰ ਚੈੱਕ ਕੀਤਾ ਤਾਂ ਜਾਂ ਕੋਈ ਲੱਛਣ ਹੋਇਆ ਫਿਰ ਉਹ ਪਲੇਨ ਦੇ ਵਿੱਚ ਨਹੀਂ ਬੈਠਣ ਦੇਣਗੇ। ਇੱਦਾਂ ਹੀ ਉਹਨਾਂ ਨੇ ਚੱਲਦੀ ਫਲਾਈਟ ਦੇ ਵਿੱਚ ਵੀ ਲਿਖਿਆ ਹੋਇਆ ਸਰਕੂਲਰ ਦੇ ਵਿੱਚ ਵੀ ਸਟਾਫ ਨੇ ਮੋਨੀਟਰ ਕਰਨਾ। ਫਲਾਈਟ ਦੇ ਵਿੱਚ ਉਹਨਾਂ ਨੇ 2% ਲੋਕ ਚੁਣਨੇ ਵੀ ਆ ਜਿਨ੍ਹਾਂ ਦੇ ਉੱਥੇ ਏਅਰਪੋਰਟ ਤੇ ਜਾ ਕੇ ਟੈਸਟ ਹੋਣੇ ਆ, ਹੈ ਨਾ। ਸੋ ਕੁੱਲ ਮਿਲਾ ਕੇ ਜਾਣੀ ਕਿ ਵੀ ਉੱਥੇ ਜਦੋਂ ਉਤਰਿਆ ਜਾਊਗਾ, ਉੱਥੇ ਫਿਰ ਉਤਰਨ ਵੇਲੇ ਤੁਹਾਡਾ ਫੇਰ ਦੁਬਾਰਾ ਉਹ ਜਿਹੜਾ ਟੈਂਪਰੇਚਰ ਆ ਉਹ ਚੈੱਕ ਕਰ ਸਕਦੇ ਆ।
ਤੇ ਉਤਰਨ ਵੇਲੇ ਵੀ ਹੁਣ ਉਹ ਹਫੜਾ ਦਫੜੀ ਨਹੀਂ ਬੈਗ ਚੁੱਕ ਕੇ ਪਾਉਣੀ, ਜਾਣੀ ਕਿ ਫਿਜ਼ੀਕਲ ਡਿਸਟੈਂਸ ਦੇ ਨਾਲ ਉੱਥੇ ਦਿੱਲੀ ਏਅਰਪੋਰਟ ਤੇ ਬਾਹਰ ਕੱਢਦੇ ਪਲੇਨ ਚੋਂ ਹੈ ਜੀ। ਸੋ ਕੁੱਲ ਮਿਲਾ ਕੇ ਕੁਝ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੀਕਾਸ਼ਨਸ ਆ ਪੂਰੇ ਠੰਮੇ ਦੇ ਨਾਲ ਥੋੜਾ ਸਮਾਂ ਚਲੋ ਲੱਗ ਰਿਹਾ ਹੋਊਗਾ, ਲੋਕਾਂ ਦਾ ਖਰਾਬ ਹੁੰਦਾ, ਪਰ ਕੋਵਿਡ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਜਾ ਰਿਹਾ ਵੀ ਸਾਰਿਆਂ ਲਈ ਜਿਹੜਾ ਟਰੈਵਲ ਆ ਉਹ ਸੇਫ ਹੋਵੇ ਜੀ। ਰਾਈਟ ਸਰ, ਇੱਕ ਕਾਲਰ ਨੇ ਆਪਣੇ ਨਾਲ ਸ਼ਾਇਦ ਕੁਝ ਪੁੱਛਣਾ ਚਾਹੁੰਦੇ ਹੁਣ। 5888 ਨੰਬਰ। ਹਾਂਜੀ, ਤੁਸੀਂ ਆਉਂਦੇ ਰਹੋ। ਹਾਂਜੀ ਹਰਜਿੰਦਰ ਭਾਜੀ, ਸਤਿਪਾਲ ਜੀ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ। ਹਾਂਜੀ ਹਾਂਜੀ ਦਵਿੰਦਰ ਭਾਈ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ। ਬਸ ਠੀਕ ਹੈ ਭਾਜੀ, ਬੜੀ ਖੁਸ਼ੀ ਹੋਈ ਜੀ। ਸਤਿਪਾਲ ਜੌਹਲ ਸਾਹਿਬ ਨੇ ਬੜੀ ਚੰਗੀ ਖਬਰ ਸੁਣਾਈ ਹੈ ਜੀ। ਹਾਂਜੀ, ਤੇ ਇਹਦੇ ਨਾਲ ਇੱਕ ਮੈਨੂੰ ਹੋਰ ਸਵਾਲ ਸੀਗਾ, ਜੌਹਲ ਸਾਹਿਬ ਵੀਜ਼ਿਆਂ ਬਾਰੇ ਵੀ ਕੋਈ ਨੌਲੇਜ ਹੈ ਤੁਹਾਨੂੰ ਕਿ ਜਿਹੜੇ ਹੁਣ ਆਪਾਂ ਉੱਥੇ ਗੇੜੇ ਨਿਕਲਦੇ ਆ, ਈ ਵੀਜ਼ੇ ਵੀ ਸ਼ੁਰੂ ਕਰ ਰਹੇ ਆ ਜਾਂ ਉਹਦੇ ਬਾਰੇ ਕੋਈ ਹੈ ਨੌਲੇਜ ਤਾਂ ਪਲੀਜ਼ ਸ਼ੇਅਰ ਕਰ ਦਿਓ। ਦੇਖੋ ਜੀ, ਕਾਫੀ ਲੋਕਾਂ ਨੂੰ ਮੁਸ਼ਕਲਾਂ ਹੈਗੀਆਂ, ਬਿਲਕੁਲ ਤੁਹਾਡਾ ਕੰਸਰਨ ਇਹ ਜਾਇਜ਼ ਹੈ। ਲੋਕਾਂ ਦਾ ਸਮਾਂ ਕਾਫੀ ਬਰਬਾਦ ਹੁੰਦਾ ਹੈ। ਇਹ ਵੀ ਹੈ ਕਿ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਖਾਸ ਤੌਰ ਤੇ ਬਰੈਂਪਟਨ ਦੇ ਵਿੱਚ ਮਿਲਦਾ ਵੀ ਉਹਦੇ ਤੋਂ ਵੀ ਲੋਕ ਪਰੇਸ਼ਾਨ ਹੈਗੇ ਆ ਵੀ ਕਈ ਵਾਰੀ ਉੱਦਾਂ ਹੀ ਗੇੜੇ ਮਰਵਾਏ ਜਾਂਦੇ ਆ। ਉਹਦੇ ਤੇ ਵੀ ਪਿਛਲੇ ਦਿਨੀ ਅਸੀਂ ਕੰਮ ਕੀਤਾ ਵੀ OCI ਦੇ ਜਿਹੜੇ ਐਪਲੀਕੈਂਟ ਆ ਉਹਨਾਂ ਦੇ ਗੇੜੇ ਕੱਟਣ ਦੇ ਵਿੱਚ ਸਾਨੂੰ ਜਿਹੜਾ ਜੀ ਸਫਲਤਾ ਮਿਲੀ ਹੈ। ਜਿਹੜਾ ਨਜਾਇਜ਼ ਜਾਨੀ ਸਰੈਂਡਰ ਸਰਟੀਫਿਕੇਟ ਮੰਗਿਆ ਜਾ ਰਿਹਾ ਸੀਗਾ ਉਹਨਾਂ ਲੋਕਾਂ ਦੇ ਕੋਲੋਂ ਵੀ ਜਿਨ੍ਹਾਂ ਨੂੰ 2010 ਤੋਂ ਪਹਿਲਾਂ ਦੇ ਆਪਣੇ ਪਾਸਪੋਰਟ ਬਕਾਇਦਾ ਕੈਂਸਲ ਕਰਵਾਏ ਹੋਏ ਆ, ਉਹਦੇ ਤੇ ਰੋਕ ਲਗਵਾਈ। ਹੁਣ ਲੇਕਿਨ ਕਿ ਸਾਡੀ ਇਹ ਸਟਰਗਲ ਚੱਲ ਰਹੀ ਸੀ ਕਿ 5 ਤੇ 10 ਸਾਲ ਦੇ ਜਿਹੜੇ ਵੀਜ਼ੇ ਕੈਂਸਲ ਹੋਏ ਆ ਵੀ ਨਵਾਂ ਦੇ ਕੇ ਜੂ ਉਹੀ ਬੰਦਾ ਵੀਜ਼ਾ ਨਵਾਂ ਲੈ ਕੇ ਜਾ ਸਕਦਾ ਤੇ ਫਿਰ ਉਹ ਪੁਰਾਣਾ ਹੀ ਤੇ ਉਹਨੂੰ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇੱਕ ਤੇ ਉਹਦੇ ਵਿੱਚ ਇਹ ਹੈ ਜੀ ਕਿ ਅਸੀਂ ਪਹਿਲਾਂ ਵੀ ਕਈ ਵਾਰੀ ਇਹ ਦੱਸਿਆ ਹੋਇਆ ਗਿਲ ਸਾਹਿਬ ਵੀ ਜੇ ਤਾਂ ਵੀਜ਼ਾ ਦੇ ਉੱਤੇ ਕੈਟਾਗਰੀ ਟੀ ਟਾਈਪ ਵੀਜ਼ਾ ਉਹ ਟਰੈਵਲ ਲੋਕ ਨਹੀਂ ਕਰ ਸਕਦੇ। ਜੇ 5-10 ਸਾਲ ਦਾ ਵੀਜ਼ਾ ਪਾਸਪੋਰਟ ਦੇ ਵਿੱਚ ਲੌਂਗ ਟਰਮ ਦਾ ਲੱਗਾ ਹੋਇਆ ਉਹਦੇ ਵਿੱਚ ਟਾਈਪ ਟੀ ਤੋਂ ਬਿਨਾਂ ਕੋਈ ਹੋਰ ਹੈ, ਐਕਸ ਹੈ, ਐਨੀ ਅਦਰ ਕੋਈ ਉਹਦੇ ਤੇ ਲੈਟਰ ਹੈ, ਟੀ ਭਾਵ ਟੂਰਿਸਟ ਨਹੀਂ ਹੋਣਾ ਚਾਹੀਦਾ। ਸੋ ਤਾਂ ਤੁਸੀਂ ਟਰੈਵਲ ਉਸੇ ਵੀਜ਼ਾ ਤੇ ਵੀ ਕਰ ਸਕਦੇ ਹੋ। ਸੋ ਕੈਂਸਲ ਉਹ ਤਦੇ ਹੀ ਹੈ ਜੇ ਉਹ ਟੂਰਿਸਟ ਹੈ। ਹੈਗੇ ਮੈਜੋਰਟੀ 'ਚ 90% ਤੋਂ ਵੱਧ ਉਹ ਟੂਰਿਸਟ ਹੀ ਆ, ਬਦਕਿਸਮਤੀ ਇਹ ਹੈ ਜੀ। ਸੋ ਲੇਕਿਨ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਜੀ ਵੀ ਇਹਨੂੰ ਰੀਇਨਸਟੇਟ ਹੀ ਕਰ ਦਿਓ, ਉਹ ਕਹਿੰਦੇ ਵੀ ਰੀਇਨਸਟੇਟ ਹਜੇ ਜਿਹੜੇ ਇੰਡੀਆ ਦੇ ਲੋਕ ਆ ਨਾ ਕੈਨੇਡਾ ਦੇ ਵਿਜ਼ਿਟਰ ਵਾਸਤੇ ਉਹਨਾਂ ਨੂੰ ਬਹੁਤ ਖੱਜਲ ਹੋਣਾ ਪੈ ਰਿਹਾ, ਜਿਸ ਕਰਕੇ ਅਸੀਂ ਵੇਟ ਕਰ ਰਹੇ ਹਾਂ ਵੀ ਕੈਨੇਡੀਅਨ ਗਵਰਨਮੈਂਟ ਆਪਣੇ ਜਿਹੜੇ ਵਿਜ਼ਿਟਰ ਵੀਜ਼ਾ ਦੀ ਰਜੀਮ ਹੈ ਇਹਨੂੰ ਥੋੜਾ ਸਿੰਪਲੀਫਾਈ ਕਰ ਲੈ, ਥੋੜਾ ਪ੍ਰੋਸੈਸ ਕੋਈ ਬੈਕਲੌਗ ਜਿਹੜਾ ਘੱਟ ਜਾਏਗਾ ਤੇ ਫਿਰ ਜਿਹੜੀ ਹੈ ਮਤਲਬ ਉਹ ਬਦਲੇ ਦੇ ਵਿੱਚ ਕਹਿੰਦੇ ਵੀ ਅਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਜੀ ਪੀ ਰਿਲੀਫ ਬਾਰੇ ਸੋਚ ਸਕਦੇ ਹਾਂ। ਹਾਲ ਦੀ ਘੜੀ ਜਿਹੜਾ ਲੌਂਗ ਟਰਮ ਵੀਜ਼ਾ ਵੀਜ਼ਾ ਜਿਹੜਾ 5 ਸਾਲ ਦਾ ਮਿਲ ਜਾਂਦਾ ਸੀਗਾ ਔਨਲਾਈਨ, ਉਹ ਅਮਰੀਕਾ ਵਾਸਤੇ ਖੋਲ੍ਹ ਦਿੱਤਾ ਹੈ, ਹੋਰ ਦੇਸ਼ਾਂ ਵਾਸਤੇ ਖੋਲ੍ਹ ਦਿੱਤਾ, ਕੈਨੇਡਾ ਵਾਸਤੇ ਹਜੇ ਨਹੀਂ ਖੋਲ੍ਹਿਆ ਗਿਆ। ਇਹਦੇ ਤੇ ਗੱਲਬਾਤ ਜਿਹੜੀ ਹੈ ਜੀ ਮੌਕਾ ਮਿਲਣ ਤੇ ਅਸੀਂ ਜਿਹੜੇ ਜਿੰਨੇ ਵੀ ਜ਼ਿੰਮੇਵਾਰ ਅਧਿਕਾਰੀ ਉਹਨਾਂ ਨਾਲ ਕਰਦੇ ਜ਼ਰੂਰ ਰਹਿੰਦੇ ਹਾਂ, ਪਰ ਅਜੇ ਸਫਲਤਾ ਨਹੀਂ ਮਿਲੀ। ਪਰ ਤੁਹਾਡਾ ਕੰਸਰਨ ਜਾਇਜ਼ ਆ ਔਰ ਸਾਨੂੰ ਯਾਦ ਹੈ। ਰਾਈਟ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ ਦਵਿੰਦਰ ਭਾਈ, ਤੁਹਾਡਾ ਵੀ ਧੰਨਵਾਦ। ਤੇ ਜੌਹਲ ਸਾਹਿਬ ਜਾਂਦੇ ਇੱਕ ਹੋਰ ਜਿਹੜੀ ਤੁਹਾਡੇ ਤੋਂ ਇਨਫੋਰਮੇਸ਼ਨ ਲੈਣੀ ਚਾਹਾਂਗੇ ਕਿ ਜਿਹੜੇ ਪਰਿਵਾਰ ਕਈ ਵਾਰੀ ਜਿਨ੍ਹਾਂ ਨੂੰ ਇੱਥੋਂ ਕੈਨੇਡਾ ਤੋਂ ਇੰਡੀਆ ਜਾਣਾ ਹੁੰਦਾ, ਐਮਰਜੈਂਸੀ ਦੀ ਸੂਰਤ ਦੇ ਵਿੱਚ ਕਿਤੇ ਕੋਈ ਪਰਿਵਾਰ ਦੇ ਕਿਸੇ ਇਮੀਡੀਏਟ ਪਰਿਵਾਰ ਮੈਂਬਰ ਨੂੰ ਜਦੋਂ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹਦੇ ਲਈ ਵੀ ਅਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਗਲਤਫਹਿਮੀ ਜਾਂ ਕਨਫਿਊਜ਼ਨ ਬਣੀ ਹੋਈ ਹੈ ਕਿ ਸਾਨੂੰ ਜਿਹੜਾ ਐਮਰਜੈਂਸੀ ਵੀਜ਼ਾ ਉਹਦੇ ਲਈ ਵੀ 8-10 ਦਿਨ ਵੇਟ ਕਰਨੀ ਪੈ ਸਕਦੀ ਹੈ। ਦੱਸੋਗੇ ਥੋੜ੍ਹਾ ਜਿਹਾ, ਹੈ ਤੁਹਾਡੇ ਕੋਲ ਇਨਫੋਰਮੇਸ਼ਨ ਵੀ ਉਹ ਕਿੰਨੀ ਕੁ ਛੇਤੀ ਮਿਲ ਸਕਦਾ ਹੁੰਦਾ ਤੇ ਕਿਹੜੀਆਂ ਸੂਰਤਾਂ ਦੇ ਵਿੱਚ ਐਮਰਜੈਂਸੀ ਵੀਜ਼ਾ ਜਿਹੜਾ ਇੰਸਟੈਂਟਲੀ ਮਿਲ ਜਾਂਦਾ? ਦੇਖੋ ਜੀ, ਵੈਸੇ ਕੌਂਸਲੇਟ ਜਨਰਲ ਤੋਂ ਤਾਂ ਸਟਾਫ ਇਹ ਦਾਅਵਾ ਕਰਦੇ ਨੇ ਕਿ ਸਾਨੂੰ ਵਿਦਨ ਫਿਊ ਆਵਰਸ ਵੀ ਸਾਨੂੰ ਛੁੱਟੀ ਵਾਲੇ ਦਿਨ ਵੀ ਆਉਣਾ ਪਵੇ ਨਾ, ਜੇ ਜੈਨੂਅਨ ਐਮਰਜੈਂਸੀ ਹੈਗੀ ਆ ਤੇ ਅਸੀਂ ਆ ਕੇ ਵੀਜ਼ਾ ਦਿੰਦੇ, ਭਾਵੇਂ ਸ਼ਨੀਚਰਵਾਰ ਹੋਵੇ ਐਤਵਾਰ ਹੋਵੇ, ਪਰਵਾਹ ਨਹੀਂ ਕੀਤੀ ਜਾਂਦੀ ਜੀ। ਕਿਸੇ ਭੈਣ ਭਰਾ ਨੂੰ ਹੁਣ ਫਰਜ਼ ਕੀਤਾ ਅੱਜ ਫਰਾਈਡੇ ਆ, ਕੋਈ ਐਮਰਜੈਂਸੀ ਬਣ ਗਈ ਹੈ, ਫੈਮਿਲੀ 'ਚ ਕੋਈ ਡੈਥ ਦਾ ਸਿਚੁਏਸ਼ਨ ਹੋ ਗਈ ਆ, ਕੋਈ ਫੈਮਿਲੀ ਮੈਂਬਰ ਇੰਨਾ ਸਿੱਕ ਹੈ ਵੀ ਅੱਜ ਹੀ ਜਾਣਾ ਪੈਣਾ ਜਾਂ ਕੱਲ੍ਹ ਨੂੰ ਹੀ ਜਾਣਾ ਪੈਣਾ, ਤੇ ਆਫ ਆਵਰਸ ਵੀ ਜਾਣੀ ਕਿ ਵੀ ਉਹ ਐਮਬੈਸੀ ਉੱਥੇ ਕੌਂਸਲੇਟ ਦੇ ਸਟਾਫ ਦੇ ਨਾਲ ਉਹਨਾਂ ਦਾ ਕੰਟੈਕਟ ਹੋ ਜੇ, ਐਮਰਜੈਂਸੀ ਵੀਜ਼ਾ ਚਾਹੀਦਾ ਤੇ ਉਹ ਕਹਿੰਦੇ ਵੀ ਅਸੀਂ ਘਰੋਂ ਆ ਕੇ ਲਾ ਕੇ ਦੇਖੇ ਜਾਂਦੇ ਹਾਂ। ਸੋ ਉਹ ਜਿਹੜਾ ਜੀ ਵੀਜ਼ਾ ਐਮਰਜੈਂਸੀ ਦਾ ਉਹ ਬਹੁਤ ਸ਼ਾਰਟ ਪੀਰੀਅਡ ਆਫ ਟਾਈਮ ਦੇ ਵਿੱਚ ਪ੍ਰੋਸੈਸ ਹੋ ਜਾਂਦਾ। ਬਾਕੀ ਜੇ ਕਿਸੇ ਦੀ ਹੁਣ ਜਿਹੜੀ ਐਮਰਜੈਂਸੀ ਹੋਵੇ ਤਾਂ ਵੀ ਡੈਥ ਦਾ ਕੇਸ ਹੈ ਜਾਂ ਕੋਈ ਸਿਕਨੈਸ ਹੈ ਫੈਮਿਲੀ ਕਲੋਜ਼ ਫੈਮਿਲੀ ਮੈਂਬਰ ਦੀ, ਪਰ ਜੇ ਹੁਣ ਕਹਿੰਦੇ ਵੀ ਅਸੀਂ ਵਿਆਹ ਤੇ ਜਾਣਾ, ਵਿਆਹ ਐਮਰਜੈਂਸੀ ਨਹੀਂ ਗਿਣਿਆ ਜਾਏਗਾ। ਹਾਂਜੀ, ਜੇ ਅਸੀਂ ਕਹੀਏ ਵੀ ਅਸੀਂ ਅਸਥੀਆਂ ਲੈ ਕੇ ਜਾਣਾ ਉਹ ਵੀ ਐਮਰਜੈਂਸੀ ਰੀਜ਼ਨ ਨਹੀਂ ਹੈਗਾ। ਐਮਰਜੈਂਸੀ ਰੀਜ਼ਨ ਆ ਵੀ ਕੋਈ ਡੈਥ ਹੋ ਗਈ ਹੈ ਕੋਈ ਫੈਮਿਲੀ ਮੈਂਬਰ ਦੀ ਕਲੋਜ਼ ਦੀ, ਹੈ ਨਾ, ਪੇਰੈਂਟਸ ਦੀ, ਗ੍ਰੈਂਡ ਪੇਰੈਂਟਸ ਦੀ, ਇਸ ਤਰ੍ਹਾਂ, ਤੇ ਜਾਂ ਫਿਰ ਜਾਣੀ ਕਿਉਂਕਿ ਇਹੋ ਜਿਹਾ ਜੀ ਜਿਹੜਾ ਉਹ ਆਪਣਾ ਬਹੁਤ ਸੀਰੀਅਸ ਸਿੱਕ ਆ ਵੀ ਉਹਨਾਂ ਨੂੰ ਦੇਖਣ ਵਾਸਤੇ ਜਾਣਾ, ਇਸ ਸਿਚੁਏਸ਼ਨ ਨੂੰ ਜਿਹੜਾ ਸੀਰੀਅਸ ਐਮਰਜੈਂਸੀ ਗਿਣਿਆ ਜਾਂਦਾ ਜੀ। ਤੇ ਉਹਦੇ ਪ੍ਰੋਸੈਸ ਦੇ ਉੱਤੇ ਵੀ ਥੋੜ੍ਹਾ ਜਿਹਾ ਜੌਹਲ ਸਾਹਿਬ ਕਈ ਵਾਰ ਥੋੜ੍ਹਾ ਜਿਹਾ ਲੋਕ ਕਨਫਿਊਜ਼ ਨੇ ਕਿ ਉਹਨੂੰ ਕਿਵੇਂ ਅਪਲਾਈ ਕਰਨਾ ਹੈ, ਕਿਹੜੇ ਤਰੀਕੇ ਨਾਲ ਕਰਨਾ, ਵਾਕ ਇਨ ਕਰਨੀ ਚਾਹੀਦੀ ਹੈ ਉੱਥੇ ਜਾਂ ਔਨਲਾਈਨ ਕਰਨਾ ਜਾਂ ਕੀ ਹੈ ਇਹਦੇ ਬਾਰੇ 'ਚ ਕੁਛ ਇਨਫੋਰਮੇਸ਼ਨ? ਨਹੀਂ, ਉਹਦੇ ਵਿੱਚ ਇਹ ਹੈ ਜੀ ਵੀ ਔਨਲਾਈਨ ਵੈਸੇ ਤਾਂ ਉਹਦੀ ਇਨਫੋਰਮੇਸ਼ਨ ਸਾਰੀ ਪਈ ਆ ਜੀ, ਪਰ ਦੂਸਰੇ ਪਾਸੇ ਇਹ ਆ ਵੀ ਉਹਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਰੀਜ਼ਨ ਕੰਪੈਲਿੰਗ ਦੇਖਣਾ ਹੁੰਦਾ ਵੀ ਜੇ ਫਰਜ਼ ਕਰੋ ਅੱਜ ਜਾਣਾ ਕਿਸੇ ਨੇ
ਕੱਲ ਨੂੰ ਕਿਸੇ ਨੇ ਜਾਣਾ, ਟਿਕਟ ਉਹਦੇ ਹੱਥ ਵਿੱਚ ਹੈਗਾ ਜੀ, ਉਹਦੇ ਵਿੱਚ ਉਹਨਾਂ ਨੂੰ ਦਿਸ ਰਿਹਾ ਵੀ ਬੰਦੇ ਨੇ ਕੱਲ ਨੂੰ ਜਾਣਾ, ਉਹਦੇ ਵਿੱਚ ਉਹਨਾਂ ਨੂੰ ਦਿਸ ਰਿਹਾ ਜੀ ਵੀ ਕੋਈ ਮੈਡੀਕਲ ਸਰਟੀਫਿਕੇਟ ਉੱਥੋਂ ਮੰਗਾਇਆ ਕਿ ਵਾਕਈ ਆ ਫੈਮਿਲੀ ਮੈਂਬਰ ਇਹਨਾਂ ਦਾ ਸਿੱਖ ਹੈ, ਵਾਕਈ ਆ ਦੇਖੋ ਜੀ ਆ ਡੈਥ ਹੋ ਗਈ ਆ। ਸੋ ਜੇ ਆਪਣੀ ਇਹ ਡਾਕੂਮੈਂਟੇਸ਼ਨ ਲੈ ਕੇ ਖਾਲੀ ਹੱਥ ਵੀ ਉੱਥੇ ਚਲੇ ਜਾਇਆ ਜਾਵੇ ਨਾ, ਉਹਨਾਂ ਨਾਲ ਗੱਲ ਕਰਕੇ, ਤੇ ਬਕਾਇਦਾ ਤੌਰ ਤੇ ਜੀ ਬਾਕੀ ਬਹੁਤ ਉਹਦੇ ਵਿੱਚ ਕੋਈ ਕਾਗਜ਼ੀ ਕਾਰਵਾਈ 'ਚ ਉਹਨਾਂ ਨੂੰ ਨਹੀਂ ਪਾਇਆ ਜਾਂਦਾ। ਠੀਕ ਹੈ ਜੀ। ਸੋ ਜੌਲ ਸਾਹਿਬ ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ ਅੱਜ ਦੀ ਸਾਡੀ ਇਸ ਗੱਲਬਾਤ ਨੂੰ ਹੁਣ ਅਸੀਂ ਇੱਥੇ ਸਮਾਪਤ ਕਰਦੇ ਹਾਂ, ਅਤੇ ਜੌਲ ਸਾਹਿਬ ਦਾ ਧੰਨਵਾਦ ਕਰਦੇ ਹੋਏ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਫਿਰ ਦੁਬਾਰਾ ਕਿਸੇ ਖਾਸ ਵਿਸ਼ੇ 'ਤੇ ਜ਼ਰੂਰ ਤੁਹਾਨੂੰ ਖੇਚਲ ਦਈਏ। ਧੰਨਵਾਦ ਸਰ। ਬਿਲਕੁਲ ਜੀ, ਇੰਨਾ ਕੁ ਗਿੱਲ ਸਾਹਿਬ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਅਸੀਂ ਜਿੰਨੀ ਇਨਫੋਰਮੇਸ਼ਨ ਭੈਣ ਭਰਾਵਾਂ ਦੇ ਨਾਲ ਸਾਂਝੀ ਕੀਤੀ ਕਰਦੇ ਹਾਂ ਨਾ ਜੀ, ਵੀ ਇਹ ਸਾਡੇ ਵੱਲੋਂ ਔਨ ਗੋਇੰਗ ਜਾਨੀ ਵੈਰੀਫਾਈਡ ਹੁੰਦੀ, ਨੰਬਰ 1 ਇਹ। ਨੰਬਰ 2 ਇਹ ਆ ਵੀ ਜੇ ਇਹ ਸਾਰੀ ਇਨਫੋਰਮੇਸ਼ਨ ਇੱਦਾਂ ਅਸੀਂ ਦਿੰਦੇ ਹਾਂ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਡਿਪਾਰਟਮੈਂਟਸ ਦੇ ਨਾਲ ਅਸੀਂ ਕੋਈ ਸਾਡੀ ਉਹਨਾਂ ਨਾਲ ਸਾਂਝ ਭਿਆਲੀ ਜਿਹੜੇ ਮਿਲ ਕੇ ਕੰਮ ਕਰਦੇ ਹਾਂ, ਹੈ ਨਾ। ਜਸਟ ਆਪਣੇ ਭੈਣ ਭਰਾਵਾਂ ਦੇ ਇੰਟਰਸਟ ਵਾਸਤੇ ਕਮਿਊਨਿਟੀ ਦੇ ਵਿੱਚ ਅਸੀਂ ਬ੍ਰਿਜ ਹੁੰਦਾ ਮੀਡੀਆ, ਉਸ ਬ੍ਰਿਜ ਦੇ ਤੌਰ ਤੇ ਅਸੀਂ ਇੱਕ ਸਟਰੋਂਗ ਪੁਲ ਬਣ ਕੇ ਰਹਿੰਦੇ ਹਾਂ ਤੇ ਇਨਫੋਰਮੇਸ਼ਨ ਹੈਂਡੀ ਰੱਖਦੇ ਹਾਂ ਸਭ ਭੈਣ ਭਰਾਵਾਂ ਲਈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਦਾ ਕੋਈ ਹਿੱਸਾ ਆ ਜੀ। ਜੀ ਜੀ, ਨਹੀਂ ਸੋਚਦੇ ਹੋਣੇ ਲੋਕੀ ਵੀ ਸ਼ਾਇਦ ਜੌਲ ਸਾਹਿਬ ਨੂੰ ਇਹਦੇ ਲਈ ਇਹ ਚਾਰਜ ਕਰਦੇ ਹੋਣੇ ਆ, ਤੇ ਕਿਤੇ ਨਾ ਕਿਤੇ ਤਨਖਾਹਾਂ ਆਉਂਦੀਆਂ ਹੋਣੀਆਂ। ਇਹ ਤਾਂ ਹੁਣ ਜੀ ਪਿਛਲੇ 2.5 ਸਾਲ ਤੁਹਾਨੂੰ ਪਤਾ ਹੀ ਹੈ ਕਿਸੇ ਕੋਲ। ਨਹੀਂ ਜੌਲ ਸਾਹਿਬ, ਇਹਦੇ ਲਈ ਤੁਹਾਡਾ ਧੰਨਵਾਦ ਹੈ ਜੀ ਬਹੁਤ। ਤੁਸੀਂ ਬੜੇ ਅਪ ਟੂ ਡੇਟ ਰੱਖਦੇ ਹੋ ਕਮਿਊਨਿਟੀ ਨੂੰ, ਭਾਈਚਾਰੇ ਨੂੰ, ਆਪਣੇ ਵੱਖ-ਵੱਖ ਸੋਰਸਿਸ ਦੇ ਨਾਲ, ਚਾਹੇ ਮੀਡੀਆ ਦੇ ਜ਼ਰੀਏ, ਰੇਡੀਓ ਦੇ ਉੱਤੇ, ਚਾਹੇ ਸੋਸ਼ਲ ਮੀਡੀਆ 'ਤੇ। ਸੋ ਉਹਦੇ ਲਈ ਵੀ ਖਾਸ ਤੌਰ 'ਤੇ ਤੁਹਾਡਾ ਧੰਨਵਾਦ। ਬਸ ਇੰਨੀ ਬੇਨਤੀ ਹੈ ਜੀ, ਜਿਸ ਤਰ੍ਹਾਂ ਟੋਰਾਂਟੋ ਸਟਾਰ ਨੂੰ, CTV ਨੂੰ ਅਸੀਂ ਪੁੱਛਣ ਨਹੀਂ ਜਾਂਦੇ ਉਹਨਾਂ ਦੀ ਖਬਰ ਪੜ੍ਹ ਕੇ ਵੀ ਇਹ ਸੱਚੀ ਹੈ ਕਿ ਝੂਠੀ, ਇੱਦਾਂ ਹੀ ਸਾਡੀ ਖਬਰ ਪੜ੍ਹ ਕੇ ਕਿਸੇ ਦੇ ਮਨ 'ਚ ਵਹਿਮ ਨਹੀਂ ਪੈਦਾ ਹੋਣਾ ਚਾਹੀਦਾ ਵੀ ਇਹ ਖਬਰ ਸੱਚੀ ਹੈ ਕਿ ਝੂਠੀ ਹੈ। ਜੀ ਜੀ, ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ। ਤੇ ਅੱਜ ਦੇ ਲਈ ਹੁਣ ਇੱਥੇ ਇਜਾਜ਼ਤ ਲੈਂਦੇ ਤੁਹਾਡੇ ਤੋਂ। ਸਤਿ ਸ਼੍ਰੀ ਅਕਾਲ। शुक्रिया। सो दोस्तों, हरजिंदर गिल शो 1350 AM ਦੇ ਉੱਪਰ ਇਹ ਸਨ ਸਤਪਾਲ ਜੌਲ ਹੋਣੀ। इश्तिहार है तो व्यापार है। अपना बिजनेस प्रमोट करने लिए संपर्क करो 647 400 68 बार 647 400 6862 G Media Group। For all the latest updates, please subscribe G Media Group and press the bell icon.